Hello everyone, welcome you all in your own channel Learn Everything. ਸੋ ਅਸੀਂ ਕੈਟਾਲਿਸਟ ਚੈਪਟਰ ਦੇ ਵਿੱਚੋਂ ਕੁਝ ਇੰਪੋਰਟੈਂਟ ਜੈਮਸਕਿਊਜ਼ ਦੇਖਾਂਗੇ ਬਿਕੋਜ਼ ਸਾਡੇ ਨਾ ਸਿਲੇਬਸ ਦੇ ਵਿੱਚ ਸਪੈਸ਼ਲ ਇੱਕ ਟੌਪਿਕ ਮੈਂਸ਼ਨ ਕੀਤਾ ਹੋਇਆ ਕੈਟਾਲਿਸਟ, ਠੀਕ ਹੈ। ਸੋ ਉਹਦੇ ਵਿੱਚ MCQs ਜਿਹੜੇ ਆ ਉਹ ਪ੍ਰੀਵੀਅਸ ਈਅਰ ਵੀ ਆਏ ਹੋਏ ਆ, ਤਾਂ ਹੁਣ ਵੀ ਅਸੀਂ ਐਕਸਪੈਕਟ ਕਰਦੇ ਹਾਂ ਆਉਣਗੇ, ਠੀਕ ਹੈ। ਸੋ ਕਰਦੇ ਹਾਂ ਜੀ, ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ MCQs ਹੈਗੇ ਨੇ ਇਹ, ਠੀਕ ਹੈ। ਸੋ ਫਸਟ ਆਫ ਆਲ ਕੈਟਾਲਿਸਟ ਕੀ ਹੈਗਾ ਆ, ਥੋੜ੍ਹਾ ਮੈਂ ਤੁਹਾਨੂੰ ਕਈ ਵੀਡੀਓਜ਼ ਵਿੱਚ ਸਮਝਾ ਵੀ ਚੁੱਕੀ ਹਾਂ। ਪਹਿਲਾਂ ਉਹਨੇ ਪੁੱਛਿਆ ਕੈਟਾਲਿਸਟ ਹੈ ਕੀ ਆ, ਤੁਸੀਂ ਆਪ ਵੀ ਕਰਨ ਦੀ ਕੋਸ਼ਿਸ਼ ਕਰਿਓ, ਦੈਨ ਆਪਣੇ ਨੰਬਰ ਜਿਹੜੇ ਆ ਮੈਚ ਕਰਿਓ ਤੁਸੀਂ। ਚੇਂਜ ਦਾ ਫ੍ਰੀ એનર્ਜੀ ਆਫ ਦੀ ਰਿਐਕਸ਼ਨ, ਜਾਂ ਫਿਰ ਇਨਕਰੀਜ਼ ਦਾ ਕਾਈਨੈਟਿਕ એનર્ਜੀ ਆਫ ਰਿਐਕਟੈਂਟ, ਜਾਂ ਪ੍ਰੋਵਾਈਡ ਅ ਪਾਥ ਆਫ ਲੋਅਰ ਐਕਟੀਵੇਸ਼ਨ એનર્ਜੀ ਫॉर ਦਾ ਰਿਐਕਸ਼ਨ, ਜਾਂ ਲੋਅਰ ਦਾ ਪੋਟੈਂਸ਼ੀਅਲ એનર્ਜੀ ਆਫ ਪ੍ਰੋਡਕਟ ਵਿਦ ਰਿਸਪੈਕਟ ਟੂ એનર્ਜੀ ਆਫ ਰਿਐਕਟੈਂਟ। ਸੋ ਕੀ ਆਨਸਰ ਹੋਏਗਾ ਜੀ ਫਸਟ ਦਾ, ਤੁਸੀਂ ਦੱਸੋ। ਦੇਖੋ ਆਪਾਂ ਗੱਲ ਕੀਤੀ ਸੀ ਕੈਟਾਲਿਸਟ ਦਾ ਕੰਮ ਹੀ ਕੀ ਹੁੰਦਾ, ਕੈਟਾਲਿਸਟ ਦਾ ਕੰਮ ਹੀ ਕੀ ਹੁੰਦਾ, ਉਹਨੂੰ ਪਾਥ ਦੇਣਾ, ਉਹ ਵਾਲਾ ਪਾਥ ਪ੍ਰੋਵਾਈਡ ਕਰਨਾ ਲੋਅਰ ਐਕਟੀਵੇਸ਼ਨ એનર્ਜੀ ਵਾਲਾ, ਠੀਕ ਹੈ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਡੈਫੀਨੇਸ਼ਨ 'ਚ ਹੀ ਇਹ ਆ ਜਾਂਦਾ ਹੈ, ਠੀਕ ਹੈ। ਵਿਚ ਆਫ ਦਾ ਰਿਐਕਸ਼ਨ ਅਕਰ ਐਟ ਦਾ ਫਾਸਟੈਸਟ ਰੇਟ, ਜੇ ਤੁਹਾਨੂੰ ਯਾਦ ਹੋਵੇ ਨਾ, ਮੈਂ ਤੁਹਾਨੂੰ ਇਹ ਹਾਈਲਾਈਟ ਕਰਵਾਏ ਹੋਏ ਪੁਆਇੰਟ ਕਿ ਜਿੰਨੀ ਐਕਟੀਵੇਸ਼ਨ એનર્ਜੀ ਘੱਟ, ਇਹਦਾ ਮਤਲਬ ਉਨੀ ਰਿਐਕਸ਼ਨ ਕੀ ਆ ਫਾਸਟ। ਜਸਟ ਐਕਟੀਵੇਸ਼ਨ એનર્ਜੀ ਦੇਖੋ ਕਿਹਦੀ ਘੱਟ ਆ, ਦੇਖੋ 20 30 15 20 ਕਿਹਦੀ ਸਭ ਤੋਂ ਘੱਟ ਆ, ਇਹਦੀ ਆ 15 kg ਪਰ ਮੋਲ। ਸੋ ਸੀ ਆਪਸ਼ਨ ਇਜ਼ ਦਾ ਰਾਈਟ ਆਂਸਰ। ਸਿੰਪਲ ਦੇਖਣਾ ਤੁਸੀਂ, ਜਿਹਦੀ ਐਕਟੀਵੇਸ਼ਨ એનર્ਜੀ ਘੱਟ ਇਹਦਾ ਮਤਲਬ ਰਿਐਕਸ਼ਨ ਕੀ ਆ ਬਹੁਤ ਫਾਸਟ ਆ, ਸਿੰਪਲ। ਨੈਕਸਟ ਹੈ ਜੀ, ਮਿਨੀਮਮ ਅਮਾਊਂਟ ਆਫ એનર્ਜੀ ਰਿਕੁਆਇਰਡ ਟੂ ਸਟਾਰਟ ਏ ਕੈਮੀਕਲ ਰਿਐਕਸ਼ਨ, ਜਿਹੜੀ ਘੱਟੋ ਘੱਟ ਸਾਨੂੰ એનર્ਜੀ ਚਾਹੀਦੀ ਹੁੰਦੀ ਹੈ ਨਾ ਇਸ ਰਿਐਕਸ਼ਨ ਨੂੰ ਸਟਾਰਟ ਕਰਨ ਲਈ, ਉਹਨੂੰ ਆਪਾਂ ਕਹਿੰਦੇ ਕੀ ਆ, ਉਹਨੂੰ ਆਪਾਂ ਐਕਟੀਵੇਸ਼ਨ એનર્ਜੀ ਕਹਿੰਦੇ ਆ, ਠੀਕ ਹੈ ਜੀ। ਨੈਕਸਟ ਹੈ ਵੈਰੀ ਇੰਪੋਰਟੈਂਟ, ਆਪਟੀਮਮ ਟੈਂਪਰੇਚਰ ਕੀ ਹੁੰਦਾ। ਦੇਖੋ ਆਪਟੀਮਮ ਟੈਂਪਰੇਚਰ ਹੈ ਕੀ ਆ, ਆਪਸ਼ਨ ਦਿੱਤੇ ਹੋਣੇ ਕਿ ਜਦੋਂ ਕੈਟਾਲਿਟਿਕ ਐਕਟੀਵਿਟੀ ਕੈਟਾਲਿਸਟ ਦੀ ਮੈਕਸਿਮਮ ਹੁੰਦੀ ਆ, ਜਾਂ ਮਿਨੀਮਮ ਹੋ ਜਾਂਦੀ, ਜਾਂ ਫਿਰ ਜ਼ੀਰੋ ਹੋ ਜਾਂਦੀ ਆ, ਜਾਂ ਕਾਂਸਟੈਂਟ ਹੋ ਜਾਂਦੀ। ਦੇਖੋ ਆਪਟੀਮਮ ਟੈਂਪਰੇਚਰ ਉਹ ਟੈਂਪਰੇਚਰ ਆ ਜਿਹਤੇ ਜਿਹੜੇ ਕੈਟਾਲਿਸਟ ਦੀ ਐਕਟੀਵਿਟੀ ਆ ਜਿਹੜੀ ਉਹ ਮੈਕਸੀਮਮ ਹੋ ਜਾਂਦੀ ਆ, ਮੈਕਸੀਮਮ ਐਕਟੀਵਿਟੀ ਸ਼ੋ ਕਰਦਾ ਕੈਟਾਲਿਸਟ, ਉਹਨੂੰ ਕਹਿੰਦੇ ਆਪਟੀਮਮ ਟੈਂਪਰੇਚਰ, ਠੀਕ ਹੈ। ਜਿੱਦਾਂ ਆਪਾਂ ਐਨਜ਼ਾਈਮਸ ਲਈ ਕੀਤਾ ਸੀ, ਐਨਜ਼ਾਈਮਸ ਆਰ ਬਾਇਓਲੋਜੀਕਲ ਕੈਟਾਲਿਸਟ, ਠੀਕ ਹੈ। ਉਹ 298 ਤੋਂ 310 ਕੈਲਵਿਨ ਦੇ ਵਿੱਚ ਜਿਹੜੇ ਆ ਉਹ ਬਹੁਤ ਵਧੀਆ ਐਕਟੀਵਿਟੀ ਸ਼ੋ ਕਰਦੇ, ਪੇਪਰ 'ਚ ਵੀ ਆਇਆ ਸੀ ਇਹ ਕੁਐਸਚਨ, ਠੀਕ ਹੈ। ਸੋ ਆਪਟੀਮਮ ਟੈਂਪਰੇਚਰ ਕੀ ਹੁੰਦਾ, ਜਦੋਂ ਐਕਟੀਵਿਟੀ ਕੈਟਾਲਿਸਟ ਦੀ ਕੀ ਹੋ ਜਾਂਦੀ ਆ, ਮੈਕਸੀਮਮ ਹੋ ਜਾਂਦੀ ਹੈ। ਨੈਕਸਟ, ਵਿਚ ਆਫ ਦਾ ਫੋਲੋਇੰਗ ਕਰੈਕਟ ਫॉर ਅ ਰਿਵਰਸੀਬਲ ਰਿਐਕਸ਼ਨ। ਅੱਛਾ ਰਿਵਰਸੀਬਲ ਹੀ ਪੁੱਛਿਆ, ਕੋਈ ਰਿਐਕਸ਼ਨ ਰਿਵਰਸੀਬਲ ਆ, ਉਹ 'ਚ ਕੈਟਾਲਿਸਟ ਡਿਕਰੀਜ਼ ਕਰਦਾ ਰੇਟ ਆਫ ਫਾਰਵਰਡ ਰਿਐਕਸ਼ਨ, ਜਾਂ ਇਨਕਰੀਜ਼ ਕਰਦਾ ਆ, ਜਾਂ ਆਲਟਰ ਕਰ ਦਿੰਦਾ ਇਕੁਇਲਿਬਰੀਅਮ ਕਾਂਸਟੈਂਟ ਨੂੰ। ਦੇਖੋ ਪ੍ਰੋਪਰਟੀਜ਼ 'ਚ ਕੁਐਸਚਨ ਹੈ ਕੈਟਾਲਿਸਟ ਦੀਆਂ ਮੈਂ ਕਰਵਾਈਆਂ ਹੋਈਆਂ, ਜੇ ਕੈਟਾਲਿਸਟ ਇਨਕਰੀਜ਼ ਕਰਦਾ ਰੇਟ ਆਫ ਫਾਰਵਰਡ ਅਤੇ ਬੈਕਵਰਡ ਟੂ ਦ ਇਕੁਅਲ ਐਕਸਟੈਂਟ। ਸੋ ਸਾਨੂੰ ਪਤਾ ਜਿਹੜਾ ਕੈਟਾਲਿਸਟ ਆ ਨਾ, ਉਹ ਕਦੀ ਵੀ ਇਕੁਇਲਿਬਰੀਅਮ ਪੋਜੀਸ਼ਨ ਨੂੰ ਆਲਟਰ ਨਹੀਂ ਕਰਦਾ, ਉਹ ਕੀ ਕਰਦਾ ਆ, ਜਿੰਨਾ ਫਾਰਵਰਡ ਐਕਸਟੈਂਡ ਕਰਦਾ ਉਨਾ ਹੀ ਬੈਕਵਰਡ ਐਕਸਟੈਂਡ ਕਰਦਾ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਦ ਡੀਕੰਪੋਜੀਸ਼ਨ ਆਫ ਨਾਈਟ੍ਰੋਗਲਿਸਰੀਨ ਇਜ਼ ਐਨ ਐਗਜ਼ਾਮਪਲ ਆਫ ਦੀ ਮੋਸਟ ਇੰਪੋਰਟੈਂਟ ਕੁਐਸਚਨ, ਦੀ ਮੋਸਟ ਇੰਪੋਰਟੈਂਟ ਕੁਐਸਚਨ। ਸੋ ਇਹ ਹੈਗੀ ਆਟੋ ਕੈਟਾਲਿਟਿਕ ਰਿਐਕਸ਼ਨ, ਜਿਹੜੇ ਆਪਣੇ ਆਪ ਹੀ ਅੱਗੇ ਪ੍ਰੋਡਕਟ ਬਣਿਆ, ਪ੍ਰੋਡਕਟ ਨੇ ਕੈਟਾਲਿਸਟ ਦਾ ਕੰਮ ਕਰਨਾ, ਅੱਗੇ ਪ੍ਰੋਸੀਡ ਹੋਣਾ, ਅੱਗੇ ਤੋਂ ਅੱਗੇ ਆਟੋ ਕੈਟਾਲਿਸਟ ਜਿਹੜੀਆਂ ਹੁੰਦੀਆਂ ਨਾ ਕੈਟਾਲਿਟਿਕ ਰਿਐਕਸ਼ਨ, ਉਹ ਆ ਇਹ ਜਦੋਂ ਡੀਕੰਪੋਜੀਸ਼ਨ ਦੀ ਨਾਈਟ੍ਰੋਗਲਿਸਰੀਨ ਦੀ। ਯਾਦ ਰੱਖਿਓ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। 7th ਪ੍ਰਮੋਟਰ, ਦੋ ਚੀਜ਼ਾਂ ਮੈਂ ਤੁਹਾਨੂੰ ਕਰਵਾਈਆਂ ਹੋਈਆਂ, ਇੱਕ ਹੁੰਦੇ ਪ੍ਰਮੋਟਰ ਅਤੇ ਇੱਕ ਹੁੰਦੇ ਪੋਇਜ਼ਨ। ਪ੍ਰਮੋਟਰ ਦਾ ਕੰਮ ਕੀ ਹੁੰਦਾ ਦੱਸੋ, ਤਾਂ ਇਹਦੇ ਵਿੱਚੋਂ ਕਿਹੜਾ ਆਏਗਾ ਆਪਸ਼ਨ, ਬੀ ਆਪਸ਼ਨ, ਸੌਰੀ ਇਹਦਾ ਬੀ ਆਪਸ਼ਨ, ਠੀਕ ਹੈ। ਐਨਹੈਂਸ ਦ ਐਕਟੀਵਿਟੀ ਆਫ ਕੈਟਾਲਿਸਟ, ਕੈਟਾਲਿਸਟ ਦੀ ਐਕਟੀਵਿਟੀ ਨੂੰ ਵਧਾਉਣ ਦਾ ਕੰਮ ਕੌਣ ਕਰਦੇ, ਪ੍ਰਮੋਟਰ। ਅਤੇ ਪੋਇਜ਼ਨ ਕੀ ਕਰਦੇ, ਉਹ ਘਟਾਉਂਦੇ ਆ, ਉਹ ਰਿਡਿਊਸ ਕਰਦੇ ਐਕਟੀਵਿਟੀ ਆਫ ਕੈਟਾਲਿਸਟ ਨੂੰ, ਠੀਕ ਹੈ ਜੀ। ਨੈਕਸਟ, ਵਿਚ ਆਫ ਦਾ ਫੋਲੋਇੰਗ ਇਜ਼ ਹੈਟਰੋਜੀਨੀਅਸ ਕੈਟਾਲਿਸਟ। ਦੇਖੋ ਦੋ ਤਰ੍ਹਾਂ ਦੇ ਹੁੰਦੇ, ਹੋਮੋਜੀਨੀਅਸ ਅਤੇ ਹੈਟਰਾਜੀਨੀਅਸ। ਹੋਮੋਜੀਨੀਅਸ ਕੀ ਹੁੰਦੇ ਆ, ਜਿਨ੍ਹਾਂ ਵਿੱਚ ਰਿਐਕਟੈਂਟ, ਪ੍ਰੋਡਕਟ ਐਂਡ ਤੁਹਾਡਾ ਕੈਟਾਲਿਸਟ ਤਿੰਨੋਂ ਸੇਮ ਫੇਸ 'ਚ ਹੋਣ, ਉਹਨੂੰ ਕਹਿੰਦੇ ਆਪਾਂ ਹੋਮੋਜੀਨੀਅਸ। ਹੈਟਰੋਜੀਨੀਅਸ ਕੀ ਹੁੰਦੇ, ਜਿਹਦੇ 'ਚ ਤਿੰਨੋਂ ਸੇਮ ਫੇਸ 'ਚ ਨਾ ਹੋਣ। ਇਹ ਹੇਬਰ ਪ੍ਰੋਸੈਸ ਪਤਾ ਨਾ, ਅਮੋਨੀਆ ਬਣਾਉਣ ਲਈ, ਕੰਟੈਕਟ ਪ੍ਰੋਸੈਸ H2SO4 ਬਣਾਉਣ ਲਈ, ਹਾਈਡਰੋਜੀਨੇਸ਼ਨ ਆਫ ਫੈਟਸ, ਠੀਕ ਹੈ। ਇਹ ਸਾਰੇ ਕੀ ਆ, ਇਹ ਹੈਟਰੋਜੀਨੀਅਸ ਕੈਟਾਲਿਸਿਸ ਹੀ ਆ। ਆਲ ਆਫ ਦੀਜ਼ ਆਂਸਰ ਆਏਗਾ 9th ਦਾ। ਚਲਿਏ ਜੀ ਅੱਗੇ 10th ਕੁਐਸਚਨ, ਕੈਟਾਲਿਸਟ ਇਜ਼ ਅ ਫਾਈਨਲੀ ਡਿਵਾਈਡਡ ਸਟੇਟ। ਜਦੋਂ ਨਾ ਉਹ ਫਾਈਨਲੀ ਡਿਵਾਈਡਡ ਬਿਲਕੁਲ ਛੋਟਾ ਕੀਤਾ ਹੁੰਦਾ, ਉਹ ਜ਼ਿਆਦਾ ਇਫੈਕਟਿਵ ਹੁੰਦਾ। ਕਿਉਂ, ਇਹ 'ਚ ਜ਼ਿਆਦਾ ਐਕਟਿਵ ਸੈਂਟਰਸ ਹੁੰਦੇ ਆ, ਜਾਂ ਸਰਫੇਸ ਏਰੀਆ ਘੱਟ ਅਵੇਲੇਬਲ ਹੁੰਦਾ, ਜਾਂ એનર્ਜੀ ਜ਼ਿਆਦਾ ਸਟੋਰ ਹੁੰਦੀ ਹੈ, ਜਾਂ ਨਨ ਆਫ ਦੀਜ਼। ਦੇਖੋ ਇਸ ਕੇਸ 'ਚ ਕੀ ਹੁੰਦਾ, ਐਕਚੁਅਲੀ ਨਾ ਜ਼ਿਆਦਾ ਐਕਟਿਵ ਸੈਂਟਰ ਬਣ ਜਾਂਦੇ ਉਹਦੇ 'ਤੇ, ਕੀ ਹੁੰਦਾ, ਐਕਟਿਵ ਸੈਂਟਰ ਜ਼ਿਆਦਾ ਬਣ ਜਾਂਦੇ ਆ। ਨੈਕਸਟ ਕੁਐਸਚਨ ਦੇਖੋ, ਨੈਗੇਟਿਵ ਕੈਟਾਲਿਸਟ ਕੀ ਕਰਦੇ ਆ, ਰਿਟਾਰਡ ਕਰਦੇ ਸਪੀਡ ਆਫ ਰਿਐਕਸ਼ਨ ਨੂੰ। ਕਾਹਤੋਂ ਕਰਦੇ ਆ, ਕੁਐਸਚਨ ਇਹ ਪੁੱਛ ਲਿਆ ਕਿ ਠੀਕ ਆ ਜੀ, ਨੈਗੇਟਿਵ ਕੈਟਾਲਿਸਟ ਦਾ ਕੰਮ ਕੀ ਆ, ਜਿੱਦਾਂ ਕੈਟਾਲਿਸਟ ਦਾ ਕੰਮ ਆ ਐਕਟੀਵਿਟੀ ਸਪੀਡ ਨੂੰ ਇਨਕਰੀਜ਼ ਕਰਨਾ, ਨੈਗੇਟਿਵ ਕੈਟਾਲਿਸਟ ਵੀ ਹੁੰਦੇ ਆ ਜਿਹੜੇ ਰਿਟਾਰਡ ਕਰ ਦਿੰਦੇ ਆ। ਕਿਉਂ ਕਰਦੇ ਕੀ ਆ, ਇਹ ਐਕਟੀਵੇਸ਼ਨ એનર્ਜੀ ਨੂੰ ਲੋਅਰ ਕਰਦੇ ਆ। ਇਹਦਾ ਓਪੋਜ਼ਿਟ ਹੋ ਗਿਆ ਨਾ ਕਿ ਤੁਹਾਨੂੰ ਪਤਾ ਹੈ ਕੈਟਾਲਿਸਟ ਦਾ ਕੰਮ ਹੁੰਦਾ ਲੋਅਰ ਕਰਨਾ ਐਕਟੀਵਿਟੀ ਨੂੰ, ਅਤੇ ਉਹਨਾਂ ਰੇਟ ਆਫ ਰਿਐਕਸ਼ਨ ਵੱਧਦਾ ਸਮਾਂ 'ਤੇ।
ਤੇ ਡਿਕਰੀਜ਼ ਸਪੀਡ ਜਦ ਡਿਕਰੀਜ਼ ਦ ਸਪੀਡ ਆਫ ਰਿਐਕਟੈਂਟ ਮੋਲੀਕੂਲ ਨਹੀਂ ਐਦਾਂ ਵੀ ਨਹੀਂ ਹੈਗਾ। ਇਹਦੇ ਵਿੱਚ ਹੈਗਾ ਇਟ ਹੈਜ਼ ਅ ਸਟਰੋਂਗ preferential adsorption on surface of catalyst को strong preferential adsorption ਹੋ ਜਾਂਦੀ ਹੈ surface of catalyst, ਇਸ ਕਰਕੇ ਇਹ ਰਿਟਾਰਡ ਕਰਦੇ speed of reaction ਨੂੰ। ਨੈਕਸਟ ਹੋਮੋਜੀਨੀਅਸ ਕੈਟਾਲਿਸਟ ਕੀ ਹੁੰਦੇ ਆ, ਤੁਹਾਨੂੰ ਪਤਾ ਹੋਏਗਾ, ਬਹੁਤ ਜ਼ਿਆਦਾ ਈਜ਼ੀ ਆ ਤੇ ਇੰਪੋਰਟੈਂਟ ਆ, ਜਿਹ 'ਚ ਰਿਐਕਟੈਂਟ ਪ੍ਰੋਡਕਟ ਤੇ ਕੈਟਾਲਿਸਟ ਸੇਮ ਫੇਸ 'ਚ ਹੁੰਦੇ, ਆਪਾਂ ਇਹ ਕਰ ਚੁੱਕੇ ਹਾਂ। ਨੈਕਸਟ ਕੈਟਾਲਿਸਟ ਯੂਜ਼ ਇਨ ਹੇਬਰ ਪ੍ਰੋਸੈਸ। ਹੇਬਰ ਪ੍ਰੋਸੈਸ ਜਿਹੜਾ ਅਮੋਨੀਆ ਬਣਾਉਣ ਲਈ ਆਪਾਂ ਯੂਜ਼ ਕਰਦੇ, ਉਹਦੇ ਵਿੱਚ ਅਸੀਂ ਕੈਟਾਲਿਸਟ ਕੌਣ ਯੂਜ਼ ਕਰਦੇ ਹਾਂ, ਪਲੈਟੀਨਮ, ਆਇਰਨ ਆਕਸਾਈਡ, ਫਾਈਨਲੀ ਡਿਵਾਈਡਡ ਆਇਰਨ ਜਾਂ ਮੋਲੀਬਿਡਨਮ। ਯਾਦ ਹੋਵੇ ਮੋਲੀਬਿਡਨਮ ਤਾਂ ਉੱਥੇ ਐਜ਼ ਅਸੀਂ ਪ੍ਰੋਮੋਟਰ ਯੂਜ਼ ਕਰਦੇ ਹਾਂ, ਬਟ ਉਹਨੇ ਪੁੱਛਿਆ ਕੈਟਾਲਿਸਟ ਕਿਹੜਾ ਹੁੰਦਾ। ਇੱਥੇ ਕਨਫਿਊਜ਼ ਹੋ ਜਾਓਗੇ ਆਇਰਨ ਆਕਸਾਈਡ ਤੇ ਫਾਈਨਲੀ ਡਿਵਾਈਡਰ ਆਇਰਨ ਦੇ ਵਿੱਚ। ਸੋ ਇਹ 'ਚ ਫਾਈਨਲੀ ਡਿਵਾਈਡਡ ਜਿਹੜਾ ਆਇਰਨ ਆ ਉਹ ਯੂਜ਼ ਕੀਤਾ ਜਾਂਦਾ, ਜਿਹੜਾ ਧਿਆਨ ਰੱਖਣਾ ਇਹਨੂੰ। ਨੈਕਸਟ ਹੈ ਜੀ ਵਿਚ ਇਜ਼ ਦਾ ਇਨਕਰੈਕਟ ਸਟੇਟਮੈਂਟ। ਐਂਜ਼ਾਈਮ ਦੀ ਐਕਟੀਵਿਟੀ ਇਫੈਕਟ ਹੁੰਦੀ ਕਿ ਟੈਂਪਰੇਚਰ ਨਾਲ, ਓਬਵੀਅਸਲੀ ਹੁੰਦੀ ਆ। ਨੈਕਸਟ ਐਂਜ਼ਾਈਮ ਸੈਂਸਿਟਿਵ ਹੁੰਦੇ ਟੂਵਰਡ ਪੀਐਚ, ਓਬਵੀਅਸਲੀ 5 to 7 ਆਪਟੀਮਮ ਪੀਐਚ ਹੁੰਦੀ, ਉਹਦੇ ਵਿੱਚ ਵਧੀਆ ਕੰਮ ਕਰਦੇ ਆ। ਐਂਜ਼ਾਈਮ ਆਰ ਰਿਕੁਆਇਰਡ ਇਨ ਲਾਰਜ ਅਮਾਊਂਟ, ਨੋ ਇਹ ਗਲਤ ਹੈ, ਬਹੁਤ ਥੋੜੀ ਅਮਾਊਂਟ 'ਚ ਚਾਹੀਦੇ ਹੁੰਦੇ ਆ, ਠੀਕ ਹੈ। ਹਾਈਲੀ ਸਪੈਸੀਫਿਕ, ਉਹ ਤਾਂ ਬਿਲਕੁਲ ਗੱਲ ਸਹੀ ਹੈ, ਸਪੈਸੀਫਿਕ ਚਾਹੀਦੇ ਹੁੰਦੇ ਆ। ਸੋ ਇਨਕਰੈਕਟ ਆਪਸ਼ਨ ਕਿਹੜਾ ਹੋ ਗਿਆ ਇੱਥੇ, ਸੀ। ਸੋ ਸੀ ਇਜ਼ ਦਾ ਸਾਡਾ ਰਾਈਟ ਆਨਸਰ। ਨੈਕਸਟ ਹੈ ਜੀ ਅਕੋਰਡਿੰਗ ਟੂ ਐਡਜ਼ੋਰਪਸ਼ਨ ਥਿਊਰੀ ਜਿਹੜੀ ਸੀਗੀ ਕੈਟਾਲਿਸਟ ਦੀ, ਉਹ 'ਚ ਸਪੀਡ ਆਫ ਰਿਐਕਸ਼ਨ ਇਨਕਰੀਜ਼ ਕਰਦੀ ਹੈ, ਹੈ ਨਾ। ਕਿਉਂ ਕਰਦੀ ਹੈ, ਕਿਉਂਕਿ ਜਿਹੜੀ ਕੌਨਸਨਟ੍ਰੇਸ਼ਨ ਆਫ ਰਿਐਕਟੈਂਟ ਮੋਲੀਕਿਊਲ ਹੈ ਐਕਟਿਵ ਸੈਂਟਰ 'ਤੇ ਉਹ ਹਾਈ ਹੋ ਜਾਂਦੀ ਡਿਊ ਟੂ ਐਡਸੋਰਪਸ਼ਨ। ਬਸ ਇਹੀ ਆ ਕਿ ਐਕਟਿਵ ਸੈਂਟਰ 'ਤੇ ਨਾ ਜਿਹੜੀ ਕੌਨਸਨਟ੍ਰੇਸ਼ਨ ਰਿਐਕਟੈਂਟ ਮੋਲੀਕਿਊਲਸ ਦੀ ਉਹ ਜ਼ਿਆਦਾ ਹੋ ਜਾਂਦੀ ਹੈ। ਇਹੀ ਹੀ ਆਨਸਰ ਹੈ 15 ਦਾ ਏ ਆਪਸ਼ਨ। ਨੈਕਸਟ ਇਨ ਦਾ ਇੰਟਰਮੀਡੀਏਟ ਕੰਪਾਊਂਡ ਫਾਰਮੇਸ਼ਨ ਥਿਊਰੀ ਆਫ ਕੈਟਾਲਿਸਟ ਦਾ ਇੰਟਰ ਕੰਪਾਊਂਡ ਫਾਰਮਡ ਹੈਜ਼, ਜਿਹੜਾ ਇੱਕ ਇੰਟਰਮੀਡੀਏਟ ਕੰਪਾਊਂਡ ਫਾਰਮੇਸ਼ਨ ਥਿਊਰੀ ਸੀਗੀ ਨਾ ਜਿਹੜੀ ਕੈਟਾਲਿਸਟ ਦੀ, ਠੀਕ ਹੈ, ਹੋਮੋਜੀਨੀਅਸ ਕੈਟਾਲਿਸਿਸ ਦੇ ਵਿੱਚ ਹੁੰਦੀ ਹੈ। ਜਾਂ ਇੰਟਰਮੀਡੀਏਟ ਕੰਪਾਊਂਡ ਫਾਰਮਡ ਥਿਊਰੀ ਇਜ਼ ਐਪਲੀਕੇਬਲ ਟੂ 17 ਦਾ ਪਹਿਲਾਂ ਕਰ ਲਓ ਏ, ਹੋਮੋਜੀਨੀਅਸ ਕੈਟਾਲਿਸਟ ਰਿਐਕਸ਼ਨ ਦੇ ਵਿੱਚ ਗੱਲ ਹੁੰਦੀ ਆ। ਬਟ ਇਹਨੇ ਇੱਥੇ ਇਹ ਪੁੱਛ ਲਿਆ 16th ਕੁਐਸਚਨ ਦੇ ਵਿੱਚ ਕਿ ਜਿਹੜੇ ਇੰਟਰਮੀਡੀਏਟ ਕੰਪਾਊਂਡ ਫਾਰਮੇਸ਼ਨ ਹੁੰਦੀ ਆ ਨਾ, ਉਹ ਉਹਦੇ ਕੋਲ ਹੁੰਦਾ ਜਿਹੜਾ ਇੰਟਰਮੀਡੀਏਟ ਬਣਦਾ ਉਹਦੇ ਕੋਲ ਘੱਟ ਪੋਟੈਂਸ਼ੀਅਲ ਐਨਰਜੀ ਹੁੰਦੀ, ਜ਼ਿਆਦਾ ਹੁੰਦੀ ਆ, ਜਾਂ ਲੈਸ ਐਕਟੀਵੇਸ਼ਨ ਐਨਰਜੀ ਹੁੰਦੀ ਆ ਅਨਕੈਟਾਲਾਈਜ਼ਡ ਰਿਐਕਸ਼ਨ ਨਾਲੋਂ, ਜਾਂ ਮੋਰ ਹੁੰਦੀ ਆ। ਤੁਹਾਨੂੰ ਪਤਾ ਜੇ ਕੈਟਾਲਿਟਿਕ ਰਿਐਕਸ਼ਨ ਦੀ ਗੱਲ ਆ, ਓਬਵੀਅਸਲੀ ਉਹਦੇ ਕੋਲ ਲੋਅਰ ਹੋ ਗਈ ਹੋਣੀ ਐਕਟੀਵੇਸ਼ਨ ਐਨਰਜੀ, ਠੀਕ ਹੈ, ਕਿਹਦੇ ਨਾਲੋਂ, ਅਨਕੈਟਾਲਾਈਜ਼ਡ ਕੰਪਲੈਕਸ ਨਾਲੋਂ। ਸੋ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਦੀ ਸਟੇਡੀ ਸਟੇਟ ਅਪਰੋਕਸੀਮੇਸ਼ਨ ਦੀ ਗੱਲ ਕੀਤੀ ਆ। ਜੇ ਆਈ ਤੁਹਾਡੇ ਕੋਲ ਇੰਟਰਮੀਡੀਏਟ ਜਿਹੜਾ ਬਣਿਆ ਆ ਤਾਂ ਉਹਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਟਾਈਮ ਕੀ ਹੋਏਗਾ, 0, ਸਟੇਡੀ ਸਟੇਟ ਹੈ। ਸੋ ਸੀ ਆਪਸ਼ਨ ਰਾਈਟ ਆਨਸਰ ਹੋਏਗਾ। ਇਨ ਐਂਜ਼ਾਈਮ ਕੈਟਾਲਿਸਿਸ ਦੀ ਗੱਲ ਕੀਤੀ ਆ, ਜੇ ਕੌਨਸਨਟ੍ਰੇਸ਼ਨ ਜਿਹੜੀ ਸਬਸਟ੍ਰੇਟ ਦੀ ਬਹੁਤ ਜ਼ਿਆਦਾ ਹੋਵੇ, ਬਹੁਤ ਜ਼ਿਆਦਾ ਸਬਸਟ੍ਰੇਟ ਵਧਾਈ ਜਾ ਰਹੀ ਇੰਨੀ ਕੌਨਸਨਟ੍ਰੇਸ਼ਨ ਹੋ ਗਈ ਐਂਜ਼ਾਈਮ ਕੈਟਾਲਿਸਟ ਰਿਐਕਸ਼ਨ ਦੇ ਵਿੱਚ, ਤਾਂ ਉਹਦਾ ਆਰਡਰ ਜਿਹੜਾ ਨਾ ਉਹ ਫਿਰ 0 ਨੂੰ ਟੈਂਡ ਕਰਨ ਲੱਗ ਪੈਂਦਾ। ਕਿੰਨਾ ਹੋ ਜਾਂਦਾ, 0। ਨੈਕਸਟ ਵਿਚ ਆਫ ਦਾ ਫੋਲੋਇੰਗ ਫੈਕਟਰ ਮੇਕ ਕੈਟਾਲਿਸਟ ਇਨਅਫੈਕਟਿਵ। ਤੁਹਾਡਾ ਕੈਟਾਲਿਸਟ ਵਧੀਆ ਕੰਮ ਹੀ ਨਾ ਕਰੇ, ਪੋਇਜ਼ਨ ਪਾ ਦਿਓ, ਬਿਲਕੁਲ ਸਹੀ ਹੈ। ਇਨਹਿਬਿਟਰ ਪਾ ਦਿਓ, ਉਹ ਵੀ ਰੋਕਦੇ ਆ। ਹੀਟਿੰਗ ਆਫ ਕੈਟਾਲਿਸਟ, ਉਹਨੂੰ ਬਹੁਤ ਟੈਂਪਰੇਚਰ 'ਤੇ ਹੀਟ ਕਰ ਦਿਓ ਤਾਂ ਵੀ ਉਹ ਸਹੀ ਕੰਮ ਕਰੇਗਾ। ਸੋ ਆਲ ਆਫ ਦੀਜ਼ ਆਨਸਰ ਆਏਗਾ। ਨੈਕਸਟ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟ ਅਬਾਊਟ ਕੈਟਾਲਿਸਟ, ਇਟ ਰਿਕੁਆਇਰਡ ਇਨ ਵੈਰੀ ਸਮਾਲ ਕੌਨਸਨਟ੍ਰੇਸ਼ਨ। ਬਿਲਕੁਲ, ਇਟ ਡਜ਼ ਨੋਟ ਅਫੈਕਟ ਦਾ ਪੋਜੀਸ਼ਨ ਆਫ ਇਕੁਇਲਿਬਰੀਅਮ। ਮੈਂ ਸਮਝਾਇਆ ਕਦੀ ਆਲਟਰ ਨਹੀਂ ਕਰਦਾ ਇਹ ਪੋਜੀਸ਼ਨ ਆਫ ਇਕੁਇਲਿਬਰੀਅਮ ਨੂੰ, ਜਿੰਨਾ ਫਾਰਵਰਡ ਐਕਸਟੈਂਡ ਹੁੰਦਾ ਉਨਾ ਹੀ ਰਿਵਰਸ ਨੂੰ ਐਕਸਟੈਂਡ ਹੁੰਦਾ, ਬੈਕਵਰਡ ਵੀ। ਇਟ ਇਨੀਸ਼ੀਏਟ ਦਾ ਰਿਐਕਸ਼ਨ ਵਿਚ ਅਦਰਵਾਈਜ਼ ਕੈਨ ਨਾਟ ਟੇਕ ਪਲੇਸ, ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ, ਇਨੀਸ਼ੀਏਟ ਨਹੀਂ ਕਰਦਾ, ਇਹ ਸਿਰਫ ਰਿਐਕਸ਼ਨ ਨੂੰ ਤੇਜ਼ ਕਰਦਾ ਜਿਹੜੀ ਆਲਰੇਡੀ ਇਨੀਸ਼ੀਏਟ ਹੋ ਚੁੱਕੀ ਆ, ਠੀਕ ਹੈ। ਸੋ ਸੀ ਆਪਸ਼ਨ ਰੋਂਗ ਹੋ ਜਾਏਗਾ ਇੱਥੇ। ਸਪੈਸੀਫਿਕ ਤਾਂ ਹੈਗਾ ਹੀ, ਐਂਜ਼ਾਈਮ ਸਾਰੇ ਸਪੈਸੀਫਿਕ ਆ, ਹਰ ਇੱਕ ਦਾ ਆਪਣਾ ਕੰਮ ਆ, ਇੱਕੋ ਹੀ ਅਸੀਂ ਕੈਟਾਲਿਸਟ ਸਾਰਿਆਂ ਲਈ ਯੂਜ਼ ਨਹੀਂ ਕਰ ਸਕਦੇ। ਨੈਕਸਟ ਜੀ ਇਨਕਰੈਕਟ ਸਟੇਟਮੈਂਟ ਅਬਾਊਟ ਦਾ ਐਂਜ਼ਾਈਮ। ਪਹਿਲਾ ਸਪੈਸੀਫਿਕ ਬਾਇਓਲੋਜੀਕਲ ਕੈਟਾਲਿਸਟ ਆ ਜਿਹੜੇ ਨਾਰਮਲੀ ਹਾਈ ਟੈਂਪਰੇਚਰ 'ਤੇ ਜਿਹੜੇ ਕੰਮ ਕਰਦੇ ਆ, ਠੀਕ ਆ, ਗਲਤ ਹੋ ਗਿਆ। ਹੁਣੇ ਤਾਂ ਦੱਸਿਆ ਹਾਈ ਟੈਂਪਰੇਚਰ ਤੋਂ ਨਾ ਕੰਮ ਕਰਨਗੇ, ਆਪਟੀਮਮ ਟੈਂਪਰੇਚਰ ਚਾਹੀਦਾ ਹੁੰਦਾ 298 ਤੋਂ 310 ਕੈਲਵਿਨ। ਐਂਜ਼ਾਈਮ ਆਰ ਜਨਰਲੀ ਹੈਟਰੋਜੀਨੀਅਸ ਕੈਟਾਲਿਸਿਸ ਦੈਟ ਆਰ ਵੈਰੀ ਸਪੈਸੀਫਿਕ ਇਨ ਐਕਸ਼ਨ। ਜ਼ਰੂਰੀ ਥੋੜ੍ਹਾ ਨਾ ਕਿ ਜ਼ਿਆਦਾ ਹੈਟਰੋਜੀਨੀਅਸ ਹੀ ਹੋਣਗੇ, ਠੀਕ ਹੈ, ਇੱਦਾਂ ਦਾ ਕੁਛ ਨਹੀਂ ਹੈਗਾ। ਐਂਜ਼ਾਈਮ ਆਰ ਸਪੈਸੀਫਿਕ ਬਾਇਓਲੋਜੀਕਲ ਕੈਟਾਲਿਸਟ ਦੈਟ ਕੈਨ ਬੀ ਪੋਇਜ਼ਨਡ, ਇਹ ਬਿਲਕੁਲ ਸਹੀ ਹੈ, ਸਪੈਸੀਫਿਕ ਬਾਇਓਲੋਜੀਕਲ ਕੈਟਾਲਿਸਟ ਆ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਦੈਟ ਕੈਨ ਨਾਟ ਬੀ ਪੋਇਜ਼ਨਡ ਨਹੀਂ, ਬਟ ਇੱਥੇ ਗਲਤ ਹੋ ਗਿਆ ਨਾ, ਤਾਂ ਪੋਇਜ਼ਨ ਕੀਤਾ ਜਾ ਸਕਦਾ। ਸੋ ਇਹ ਵੀ ਰੋਂਗ ਹੋ ਗਿਆ। ਇਹ ਤਾਂ ਇੰਨੀ ਗੱਲ ਸਹੀ ਸੀ ਬਟ ਇੱਥੋਂ ਗਲਤ ਹੋ ਗਈ। ਨੈਕਸਟ ਐਂਜ਼ਾਈਮ ਆਰ ਸਪੈਸੀਫਿਕ ਬਾਇਓਲੋਜੀਕਲ ਕੈਟਾਲਿਸਟ ਦੈਟ ਪੋਜ਼ੈਸ ਵੈਲ ਡੈਫੀਨੇਟ ਐਕਟਿਵ ਸੈਂਟਰ। ਹਾਂਜੀ, ਇਹ ਬਿਲਕੁਲ ਸਹੀ ਹੋਊਗਾ, ਇੱਕ ਵੈਲ ਡੈਫੀਨੇਟ ਡਿਫਾਈਨਡ ਜਿਹੜੇ ਐਕਟਿਵ ਸੈਂਟਰ ਹੁੰਦੇ ਆ, ਠੀਕ ਹੈ ਜੀ। ਸੋ ਈਜ਼ੀ ਆ, ਸਮਝ ਆ ਗਿਆ ਤੁਹਾਨੂੰ। ਬਹੁਤ ਇੰਪੋਰਟੈਂਟ MCQs ਇਹਨਾਂ ਨੂੰ ਜ਼ਰੂਰ ਕਰ ਲੈਣਾ, ਚੰਗੀ ਤਰ੍ਹਾਂ ਕਰ ਲੈਣਾ। ਇੱਕ ਵਾਰੀ ਨਹੀਂ ਸਮਝ ਆਇਆ 2 ਵਾਰੀ ਕਰ ਲਓ ਵੀਡੀਓ ਨੂੰ ਦੇਖ ਕੇ, ਪਰ ਕਰਨਾ ਜ਼ਰੂਰ। ਇਹ 'ਚੋਂ ਕੁਐਸਚਨ ਜਿਹੜਾ ਐਕਸਪੈਕਟ ਕੀਤਾ ਜਾਂਦਾ। ਸੋ ਜੇ ਵੀਡੀਓ ਪਸੰਦ ਆਈ ਮੈਨੂੰ ਲਾਈਕ ਐਂਡ ਕਮੈਂਟ ਕਰਕੇ